ਤਾਂ ਵਿਛੜੀਆਂ ਵੈਸੇ ਤੇ ਬਹੁਤ ਸਾਰੀਆਂ ਰੂਹਾਂ ਚਲੀਆਂ ਜਾਂਦੀਆਂ ਸਾਂਝੇ ਤੌਰ ਤੇ ਉਹਨਾਂ ਦਾ ਵੀ ਦੁੱਖ ਦਾ ਅਸੀਂ ਪ੍ਰਗਟਾਵਾ ਕਰਦੇ ਹਾਂ। ਪਰ ਕੁਝ ਵਿਦਵਾਨ ਹੁੰਦੇ ਹੈ, ਕੁਝ ਨਾ ਕਿਸੇ ਪਾਸੇ ਫੀਲਡ ਵਿੱਚ ਆਪਣੀ ਬੜੀ ਮਹਾਨਤਾ ਬਣਾਈ ਹੁੰਦੀ ਹੈ। ਉਹਨਾਂ ਵਿੱਚੋਂ ਡਾਕਟਰ ਜੋਤ ਸਿੰਘ ਜੀ ਅਤੇ ਸਰਦਾਰ ਮਿਲਖਾ ਸਿੰਘ ਜੀ ਉਡਣੇ ਸਿੱਖ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਹ ਸਾਨੂੰ ਵਿਛੋੜਾ ਦੇ ਕੇ ਚਲੇ ਗਏ। ਉਹਨਾਂ ਦੇ ਸੰਬੰਧ ਵਿੱਚ ਅੱਜ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਵੀ शोक संदेश जोड़ा शोक मता जोड़ा भेजने वास्ते पास किया गया। इस तरह पिछले दिनों में कोई शख्सियत साढ़े को विछड़ियाँ, जिस तरह ज्ञानी जोगिंदर सिंह जी वेदांती साहिब, इस तरह ज्ञानी भगवान सिंह जी मल्लेवाल साहब मल्लू नंगल, सरदार दलीप सिंह जी मल्लू नंगल, ਇਹੋ ਜਿਹੀਆਂ ਜਿਹੜੀਆਂ ਰੂਹਾਂ ਵਿਛੜੀਆਂ ਸਨ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਲਾਉਣ ਵਾਸਤੇ ਅੱਜ ਐਗਜ਼ੈਕਟਿਵ ਨੇ ਕਿਹਾ ਕਿ ਸਾਡੀ ਰਵਾਇਤ ਹੈ ਕਿ ਜਿਨ੍ਹਾਂ ਨੇ ਕਿਸੇ ਫੀਲਡ ਵਿੱਚ ਬੜੀ ਵੱਡੀ ਦੇਣ ਦਿੱਤੀ ਹੋਵੇ ਉਹਨਾਂ ਦੀਆਂ ਅਸੀਂ ਅਜਾਇਬ ਘਰ ਦੇ ਵਿੱਚ ਤਸਵੀਰਾਂ ਲਾਉਂਦੇ ਹਾਂ ਤੇ ਉਹ ਲਾਈਆਂ ਜਾਣ। ਉਹ ਵੀ ਅੱਜ ਸਰਬਸੰਮਤੀ ਦੇ ਨਾਲ ਪਾਸ ਹੋਇਆ। ਨੌਵੇਂ ਪਾਤਸ਼ਾਹ ਜੀ ਦਾ 400 ਸਾਲਾ ਅਸੀਂ ਮਨਾ ਰਹੇ ਹਾਂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਉਹ ਵੀ ਇਹ ਸਲਾਹ ਕੀਤੀ ਗਈ ਹੈ ਕਿ ਹੁਣ ਕੋਵਿਡ ਦਾ ਸਮਾਂ ਘਟ ਗਿਆ, ਹੁਣ ਅਸੀਂ ਇਕੱਠ ਕਰ ਸਕਦੇ ਹਾਂ, ਹੁਣ ਸੰਗਤਾਂ ਗੁਰਦੁਆਰੇ 'ਚ ਖੁੱਲ੍ਹੀਆਂ ਆ ਸਕਦੀਆਂ ਹਨ, ਹੁਣ ਗੁਰਮਤਿ ਦੇ ਸਮਾਗਮ ਕੀਤੇ ਜਾ ਸਕਦੇ ਹੈ, ਅੰਮ੍ਰਿਤ ਸੰਚਾਰ ਕੀਤੇ ਜਾ ਸਕਦੇ ਹੈ। ਉਹ ਸਾਰੇ ਸਮਾਗਮ ਜਿਹੜੇ ਅਸੀਂ ਉਲੀਕੇ ਸਨ ਉਹਨਾਂ ਨੂੰ ਰਿਵਿਊ ਕਰਕੇ ਜਿੱਥੇ ਜਿੱਥੇ ਸਮਾਗਮ ਕਰਾਉਣੇ ਹੋਣ ਆਊਟ ਆਫ ਸਟੇਟ ਵੀ ਜਾਂ ਪੰਜਾਬ ਦੇ ਵਿੱਚ ਵੀ ਉਹਨਾਂ ਸਾਰੇ ਸਮਾਗਮਾਂ ਦੀ ਵਿਉਂਤਬੰਦੀ ਕਰਕੇ ਜਲਦੀ ਜਿਹੜਾ ਉਹ ਐਲਾਨ ਕਰਕੇ ਅਸੀਂ ਉਹ ਸਮਾਗਮ ਸ਼ੁਰੂ ਕਰਾਂਗੇ ਤਾਂ ਜੋ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਜਿਸ ਤਰ੍ਹਾਂ ਸ਼ੁਰੂ ਕੀਤਾ ਸੀ 400 ਸਾਲਾਂ ਦੇ ਉੱਤੇ ਉਹ ਸਮਾਗਮ ਜਿਹੜੇ ਆ ਬਦਸਤੂਰ ਉਹਨਾਂ ਨੂੰ ਚਾਲੂ ਕੀਤਾ ਜਾਵੇ। ਕਿਉਂਕਿ ਵਿੱਚ ਰੁਕਾਵਟ ਆ ਗਈ, ਅਸੀਂ ਵੀ ਬੜੇ ਪਰੇਸ਼ਾਨ ਹੋਏ, ਸੰਗਤ ਵੀ ਬੜੀ ਪਰੇਸ਼ਾਨ ਸੀ ਤੇ ਨਾਲ ਹੀ ਹਰ ਹਲਕੇ ਵਿੱਚ ਅਸੀਂ ਐਲਾਨ ਕੀਤਾ ਸੀ, ਜੋ ਵੀ ਅਸੀਂ ਐਲਾਨ ਕੀਤੇ ਸੀ ਕਿ ਹਰ ਹਲਕੇ ਵਿੱਚ ਅਸੀਂ ਇੱਕ ਗੁਰਮਤਿ ਸਮਾਗਮ ਕਰਾਵਾਂਗੇ। ਉਹ ਵੀ ਅਸੀਂ ਤਿਆਰੀਆਂ ਜਿਹੜੀਆਂ ਅਸੀਂ ਹਲਕਾਵਾਰ ਟਾਈਮ ਦੇਵਾਂਗੇ ਤੇ ਉਹਨਾਂ ਹਲਕਿਆਂ ਦੇ ਵਿੱਚ ਗੁਰਮਤਿ ਸਮਾਗਮ ਜਿਹੜੇ ਆ ਕੀਰਤਨ ਦਰਬਾਰ ਗੁਰਮਤਿ ਸਮਾਗਮ ਜਿਹੜਾ ਅਸੀਂ ਕਰਨੇ ਸੀਗੇ ਉਹ ਅਸੀਂ ਸ਼ੁਰੂ ਕਰ ਦੇਣੇ ਆ। ਉਹ ਸਾਰੇ ਸਮਾਗਮਾਂ ਦੀ ਵਿਉਂਤਬੰਦੀ ਜਿਹੜੀ ਹੈ ਕੋਈ 2 ਦਿਨਾਂ 'ਚ ਕਰਕੇ ਅਸੀਂ ਸੰਗਤ ਨੂੰ ਐਲਾਨ ਕਰ ਦਿਆਂਗੇ। ਇੱਕ ਨਾ ਜੀ ਰਾਜ ਸਭਾ ਦੇ ਵਿੱਚ ਰਾਜ ਸਭਾ ਦੀ ਕਮੇਟੀ ਰਾਹੀਂ ਇੱਕ ਮੰਗ ਕੀਤੀ ਗਈ ਸੀ ਕਿ NCERT ਦੀਆਂ ਕਿਤਾਬਾਂ ਵਿੱਚ, ਕਿਉਂਕਿ ਜਦੋਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇੱਕ ਮੀਟਿੰਗ ਕੀਤੀ ਸੀ ਸਾਡੀ ਆਨਲਾਈਨ, ਉਸ ਵੇਲੇ ਅਸੀਂ ਪੁਆਇੰਟ ਰੱਖਿਆ ਸੀ ਕਿ ਬਹੁਤ ਸਾਰਾ ਇਤਿਹਾਸ ਸਾਡਾ ਵਿਗਾੜਿਆ ਗਿਆ, ਬਹੁਤ ਸਾਰਾ ਇਤਿਹਾਸ ਜਿਹੜਾ ਸਾਡਾ ਉਹ ਖਤਮ ਹੋ ਗਿਆ ਕਿਤਾਬਾਂ ਵਿੱਚੋਂ। ਉਸ ਵੇਲੇ ਜਦੋਂ ਅਸੀਂ ਇਹ ਗੱਲਾਂ ਰੱਖੀਆਂ ਸਨ ਤੇ ਉਹਦੇ ਆਧਾਰ ਦੇ ਉੱਤੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਰਾਜ ਸਭਾ ਦੇ ਵਿੱਚੋਂ ਇੱਕ ਕਮੇਟੀ ਬਣਾਈ ਹੈ, ਉਹਨਾਂ ਨੇ ਮੰਗ ਕੀਤੀ ਹੈ ਕਿ NCERT ਕਿਤਾਬਾਂ ਦੇ ਵਿੱਚ ਜਿਹੜਾ ਸਿਲੇਬਸ ਜਾਂ ਕੋਈ ਇਤਿਹਾਸ ਹੈ ਉਹ ਕੀ ਲਿਖਣਾ ਚਾਹੀਦਾ ਤੇ ਕੀ ਖਤਮ ਕਰਨਾ ਚਾਹੀਦਾ, ਉਹਦੇ ਸੰਬੰਧ ਵਿੱਚ ਸਾਨੂੰ ਸੁਝਾਅ ਦਿਓ। ਉਹ ਅਸੀਂ 2 ਮੀਟਿੰਗਾਂ ਮੈਂ ਆਪ ਕੀਤੀਆਂ ਵਿਦਵਾਨਾਂ ਦੇ ਨਾਲ, ਹਿਸਟੋਰੀਅਨ ਦੇ ਨਾਲ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ। ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਕੁਝ ਜਿਹੜੀਆਂ ਸੰਸਥਾਵਾਂ ਸਨ ਉਹਨਾਂ ਨੇ ਸਾਰੀਆਂ ਨੇ ਬਹੁਤ ਤਕਰੀਬਨ ਧਰਮ ਪ੍ਰਚਾਰ ਕਮੇਟੀ ਸਾਡੀ ਹੋ ਗਈ, ਡਾਇਰੈਕਟੋਰੇਟ ਹੋ ਗਿਆ, ਸਿੱਖ ਇਤਿਹਾਸ ਰਿਸਰਚ ਬੋਰਡ ਹੋ ਗਿਆ, ਚੀਫ ਖਾਲਸਾ ਦੀਵਾਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਕਲਗੀਧਰ ਟਰਸਟ ਬੜੂ ਸਾਹਿਬ, ਨਨਕਾਣਾ ਸਾਹਿਬ ਐਜੂਕੇਸ਼ਨ ਟਰਸਟ, ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰਸਟ, ਗੁਰੂ ਅੰਗਦ ਦੇਵ ਵੈਲਫੇਅਰ ਕੌਂਸਲ, ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਅਕਾਲ ਯੂਨੀਵਰਸਿਟੀ, ਜਦ ਗੁਰਚਰਨ ਸਿੰਘ ਟੋਡਾ ਇੰਸਟੀਚਿਊਟ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ, ਗੁਰੂ ਨਾਨਕ ਫਾਊਂਡੇਸ਼ਨ ਨਵੀਂ ਦਿੱਲੀ। ਇਸ ਤਰ੍ਹਾਂ ਬਹੁਤ ਸਾਰੀਆਂ ਸੰਸਥਾਵਾਂ ਨਾਲ ਅਸੀਂ ਮੀਟਿੰਗਾਂ ਕੀਤੀਆਂ ਔਰ ਹੋਰ ਵੀ ਵਿਦਵਾਨ ਬੁਲਾਏ। ਉਹਨਾਂ ਸਾਰਿਆਂ ਨੇ ਬਕਾਇਦਾ ਸਾਰੀ ਜੋੜੀ ਸੀ ਉਹ ਤਿਆਰ ਕੀਤਾ, ਆਪਣਾ ਜਿੱਦਾਂ ਖਰੜਾ ਤਿਆਰ ਕਰੀਦਾ ਉਹ ਅਸੀਂ ਪੂਰਾ ਟੀਮਾਂ ਮੈਂ 2 ਬਣਾਤੀਆਂ ਉਹਨਾਂ ਦੀਆਂ, ਉਹ ਸਟੱਡੀ ਕਰ ਰਹੀਆਂ ਉਹਦੇ ਖਰੜੇ ਦੇ ਅਨੁਸਾਰ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜਿਹੜੇ ਅਧਿਆਪਕਾਂ ਨਾਲ ਤੇ ਜਾਂ ਟੀਮਾਂ ਬਣਾ ਕੇ ਖਰੜਾ ਲਿਖਵਾਇਆ ਜਾ ਰਿਹਾ ਹੈ ਉਹ ਅਸੀਂ ਜਲਦੀ ਹੀ ਉਹਨਾਂ ਨੂੰ ਫਿਰ ਭੇਜਾਂਗੇ। ਪਹਿਲਾਂ ਅਸੀਂ ਆਲਰੇਡੀ ਭੇਜ ਦਿੱਤਾ ਉਹਨਾਂ ਨੂੰ, ਉਹ ਭੇਜ ਕੇ ਅਸੀਂ ਆਪਣੀ ਤਿਆਰੀ ਸ਼ੁਰੂ ਕਰਤੀ ਹੈ। ਉਹ ਸਾਡੇ ਕੋਲ ਹੈ ਕਿ ਜਿਹੜਾ ਅਸੀਂ ਕੀ ਕੁਝ ਭੇਜਿਆ ਉਹ ਸਾਡੇ ਕੋਲ ਲਿਸਟ ਹੈ ਸਾਰੀ, ਕਿਉਂਕਿ ਲੰਬੀ ਚੌੜੀ ਲਿਸਟ ਹੈ ਕਿ 6th ਕਲਾਸ ਵਿੱਚ ਕੀ ਚਾਹੀਦਾ, 7th ਵਿੱਚ ਕੀ ਚਾਹੀਦਾ, ਉਹ ਜੋ ਕੱਢਣਾ ਕਿਹੜਾ, ਉਹ 'ਚ ਪਾਉਣਾ ਕੀ ਹੈ, ਉਹ ਸਾਰੀਆਂ ਨਾਲ ਹੀ ਅਸੀਂ ਅਪੀਲ ਕੀਤੀ ਸੀ, ਬਹੁਤ ਮਿਹਨਤ ਕੀਤੀ ਹੈ ਤੇ ਇਸ ਵੇਲੇ 5000 ਈਮੇਲ ਜਿਹੜੀ ਹੈ ਉਹ ਚਲੀ ਗਈ ਹੈ ਉੱਥੇ ਰਾਜ ਸਭਾ ਦੇ ਵਿੱਚ। ਉਸ ਟੀਮ ਨੂੰ 5000 ਦੇ ਕਰੀਬ ਈਮੇਲ ਚਲੀ ਗਈ। ਅਸੀਂ ਚੈੱਕ ਕਰ ਰਹੇ ਹਾਂ ਨਾਲ ਸਕੂਲਾਂ ਦੇ ਸਿਲੇਬਸ ਸੰਬੰਧੀ।
ਉਹ ਜਿਹੜੀ 5000 ਈਮੇਲ ਹੈ ਉਹ ਅਸੀਂ ਨਾਲ ਵਾਚ ਕਰ ਰਹੇ ਹਾਂ, ਉਹਨਾਂ ਨੂੰ ਅਸੀਂ ਸਟੱਡੀ ਕਰ ਰਹੇ ਹਾਂ, ਉਹਦੇ ਅਨੁਸਾਰ ਖਰੜਾ ਤਿਆਰ ਕਰਾਂਗੇ। ਜਿਹੜੀ ਆਖਰੀ ਰਿਪੋਰਟ ਹੈ ਉਹਦੇ ਅਸੀਂ ਬਣਾ ਕੇ ਉਹਨੂੰ ਅਸੀਂ ਫਿਰ ਭੇਜਾਂਗੇ ਦੁਬਾਰਾ। ਆਲਰੇਡੀ ਅਸੀਂ ਬਣਾ ਕੇ ਭੇਜ ਦਿੱਤੀ ਹੈ, ਜਿਹੜਾ ਛੋਟਾ ਖਰੜਾ ਜਿਹਾ ਬਣਾ ਕੇ ਭੇਜਤਾ ਸੀ ਕੀ ਕੁਝ ਹੋਣਾ ਚਾਹੀਦਾ। ਪਰ ਈਮੇਲ ਜਿਹੜੀਆਂ ਲੋਕਾਂ ਨੇ ਵਿਦਵਾਨਾਂ ਨੇ ਭੇਜੀਆਂ, ਸੰਸਥਾਵਾਂ ਨੇ ਭੇਜੀਆਂ, ਉਹ ਅਸੀਂ ਸਾਰੀਆਂ ਸਟੱਡੀ ਕਰ ਰਹੇ ਹਾਂ। ਮੈਂ ਟੀਮਾਂ ਬਣਾਈਆਂ 2, ਉਹ ਸਟੱਡੀ ਕਰ ਰਹੀਆਂ ਔਰ ਉਹਦੇ ਆਧਾਰ ਦੇ ਉੱਤੇ ਅਸੀਂ ਪੂਰਾ ਖਰੜਾ ਤਿਆਰ ਕਰਕੇ ਆਉਣ ਵਾਲੇ ਸਮੇਂ 'ਚ NCERT ਨੂੰ ਭੇਜਿਆ ਜਾਏਗਾ ਤੇ ਨਾਲ ਇਹ ਲਿਖਿਆ ਜਾਏਗਾ ਕਿ ਸਾਰਾ ਜੋ ਤੁਹਾਡੇ ਕੋਲ ਰਿਪੋਰਟਾਂ ਆਈਆਂ, ਜਿੰਨੀਆਂ ਵਿਦਵਾਨਾਂ ਨੇ ਭੇਜੀਆਂ, 5000 ਈਮੇਲ ਆਈ ਹੈ, ਹੋਰ ਵੀ ਆ ਰਹੀ ਹੈ, ਜਿੰਨੀਆਂ ਵੀ ਭੇਜੀਆਂ ਨੇ ਉਹਨਾਂ ਨੂੰ ਤੁਸੀਂ ਵੀ ਕੰਸੋਲੀਡੇਟ ਕਰਕੇ, ਅਸੀਂ ਵੀ ਕਰਕੇ, ਜੋ ਅਸੀਂ ਭੇਜਾਂਗੇ ਉਹਦੇ ਆਧਾਰ ਦੇ ਉੱਤੇ ਕਿਤਾਬਾਂ ਛਪੀਆਂ ਜਾਣ ਔਰ ਜੋ ਵੀ ਛਪੇ ਉਹਦੀ ਅਥੈਂਟਿਸਿਟੀ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਰਾਈ ਜਾਵੇ। ਇਹ ਨਾ ਹੋਵੇ ਕਿ ਕੋਈ ਕਿਸੇ ਢੰਗ ਦੀ ਭੇਜ ਦੇਵੇ, ਕੋਈ ਕੁਛ ਭੇਜ ਦੇਵੇ, ਉਹਦੀ ਅਥੈਂਟਿਸਿਟੀ ਦੇ ਉੱਤੇ ਫਿਰ ਕੋਈ ਨਾ ਕੋਈ ਕਿੰਤੂ ਪਰੰਤੂ ਹੁੰਦਾ ਹੈ। ਤੇ ਜਦ ਤੱਕ ਅਥੈਂਟਿਸਿਟੀ ਲਾਸਟ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰਦੀ, ਉਦੋਂ ਤੱਕ ਉਹ NCERT ਦੀਆਂ ਕਿਤਾਬਾਂ ਵਿੱਚ ਨਾ ਛਾਪਿਆ ਜਾਵੇ। ਇਹ ਜਿਹੜੀ ਮੇਨ ਸੀਗੀ ਗੱਲ, ਸਾਡੇ ਵਾਸਤੇ ਵੱਡੀ ਪ੍ਰੋਬਲਮ ਸੀਗੀ, ਉਹਦਾ ਅਸੀਂ ਕੰਮ ਸ਼ੁਰੂ ਕੀਤਾ ਹੋਇਆ। 5000 ਦੇ ਕਰੀਬ ਈਮੇਲਾਂ ਅਸੀਂ ਤਕਰੀਬਨ ਉਹ ਪਵਾ ਦਿੱਤੀਆਂ ਤੇ ਜਿਹੜਾ ਸਿਲੇਬਸ ਕੀ ਹੋਏਗਾ ਉਹ ਸਾਰਾ ਜੋ ਸੀਗਾ 6th ਕਲਾਸ ਤੋਂ ਲੈ ਕੇ ਸਾਰਾ 12ਵੀਂ ਤੱਕ ਬਣਾ ਕੇ ਉਹ ਸਾਰਾ ਡਿਟੇਲ ਵਿੱਚ ਅਸੀਂ ਕਰ ਦਿੱਤਾ। ਇਸ ਕਰਕੇ ਮੇਰੇ ਖਿਆਲ ਇਹ ਸਾਡੀ ਬਹੁਤ ਵੱਡੀ ਇਸ ਵੇਲੇ ਦੀ ਚਿੰਤਾ ਸੀ। ਦੂਜੀ ਜਿਹੜੀ ਹੈਗੀ ਹੈ ਕਿ ਇੱਕ ਸਾਡੇ ਪਿੱਛੇ ਕੋਵਿਡ ਦੇ ਸਮੇਂ ਦੇ ਵਿੱਚ ਜਾਂ ਕਿਸਾਨੀ ਦੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੇਂ ਨਾਲ ਬੜੀ ਵੱਡੀ ਸੇਵਾ ਕੀਤੀ ਹੈ। ਅਸੀਂ ਦੇਖ ਰਹੇ ਸੀ ਜਿਹੜੇ ਕਿਸਾਨ ਡੈਥਸ ਹੋ ਗਈਆਂ, ਤਕਰੀਬਨ 3 ਕਰੋੜ ਰੁਪਈਆ ਉਹਨਾਂ ਨੂੰ ਚਲਾ ਗਿਆ। ਅਜੇ ਹੋਰ ਵੀ ਕਈ ਕੇਸ ਆ ਜਾਂਦੇ ਹੈ ਔਰ ਜਿਹੜਾ ਜੈਨੂਨ ਹੁੰਦਾ ਉੱਥੇ ਕੋਈ ਡੈਥ ਹੋ ਜਾਂਦੀ ਹੈ ਉੱਥੇ ਬੈਠਿਆਂ ਦੀ, ਫਿਰ ਸਾਨੂੰ ਉਹ ਵੀ ਕੰਸੀਡਰ ਕਰਨਾ ਪੈਂਦਾ ਕਿ ਕੋਈ ਛੱਡਿਆ ਨਹੀਂ ਜਾ ਸਕਦਾ। ਇਹ ਜ਼ਰੂਰ ਅਸੀਂ ਪਾਸ ਕੀਤਾ ਕਿ ਹੁਣ ਜਿਹੜਾ ਉੱਥੇ ਮੌਕੇ ਦੇ ਉੱਤੇ ਕਿਸੇ ਡੈਥ ਹੋਵੇ ਉਹਨੂੰ ਅਸੀਂ ਸੇਵਾ ਕਰਾਂਗੇ, ਕਿਉਂਕਿ ਅਸੀਂ ਕੋਵਿਡ ਵਾਲੇ ਪਾਸੇ ਲੱਗ ਗਏ। ਉੱਥੋਂ ਲੋਕ ਜਿਹੜੇ ਆਏ ਉਹਨਾਂ ਨੂੰ ਕੋਵਿਡ ਹੋਇਆ, ਡੈਥ ਉਹਦੇ ਨਾਲ ਹੋਈ, ਉਹ ਕੋਵਿਡ ਦਾ ਇਲਾਜ ਕਰਨ ਵਾਸਤੇ ਵੀ ਬੜੀ ਵੱਡੀ ਮਿਹਨਤ ਕੀਤੀ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੇ ਯਤਨ ਕੀਤੇ, ਉੱਥੇ ਤਕਰੀਬਨ ਜਿਹੜਾ ਸਾਡਾ ਸੀਗਾ ਸ਼੍ਰੀ ਗੁਰੂ ਰਾਮਦਾਸ ਹਸਪਤਾਲ, ਉਹਦੇ ਵੱਲੋਂ ਪੌਣੇ 2 ਕਰੋੜ ਰੁਪਈਆ ਇਸ ਵੇਲੇ ਤੱਕ ਲੱਗ ਚੁੱਕਾ ਹੈ। ਜਿਹੜਾ ਅਸੀਂ ਕੋਵਿਡ ਸੈਂਟਰ ਵੀ ਖੋਲ੍ਹੇ, ਜਿਹੜੇ ਅਸੀਂ ਵੈਕਸੀਨ ਵੀ ਕੀਤੀ ਤੇ ਇਸੇ ਤਰ੍ਹਾਂ ਬਦਸਤੂਰ ਫਿਰ ਵੈਕਸੀਨੇਸ਼ਨ ਦਾ ਕੰਮ ਉਸੇ ਤਰ੍ਹਾਂ ਚੱਲਦਾ ਰਹੇਗਾ, ਉੱਦਾਂ ਹੀ ਇਲਾਜ ਚੱਲਦਾ ਰਹੇਗਾ, ਉਸੇ ਤਰ੍ਹਾਂ ਹਸਪਤਾਲ ਵੱਲੋਂ ਦਿੱਤੀਆਂ ਸੇਵਾਵਾਂ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ। ਇਹ ਜਿਹੜੀਆਂ ਚੀਜ਼ਾਂ ਮੈਂ ਇਸ ਕਰਕੇ ਦੱਸ ਰਹੀ ਹਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਹੋਰ ਵੱਡਾ ਕੰਮ ਕਰਨ ਜਾ ਰਹੇ ਹਾਂ। ਇੱਕ ਜਿਹੜੀ ਘੱਟ ਰੇਟਾਂ ਵਾਲੀ ਦਵਾਈ ਜਿਹਨੂੰ ਆਪਾਂ ਜੈਨਰਿਕ ਸਟੋਰ ਕਹਿੰਦੇ ਹਾਂ, ਉਹ ਅਸੀਂ ਖੋਲ੍ਹਣ ਜਾ ਰਹੇ ਹਾਂ ਕਾਫੀ ਗਿਣਤੀ 'ਚ। ਕਾਫੀ ਮੀਨ ਜਿੰਨੇ ਵੱਡੇ ਗੁਰਦੁਆਰੇ ਸਾਡੇ A ਗ੍ਰੇਡ ਦੇ ਗੁਰਦੁਆਰੇ ਖਾਸ ਕਰਕੇ, ਉਹਨਾਂ ਗੁਰਦੁਆਰਿਆਂ 'ਚ ਅਸੀਂ ਮੈਡੀਕਲ ਹਾਲ, ਮੈਡੀਕਲ ਸਟੋਰ ਤੇ ਨਾਲ ਹੀ ਉਹਦੇ ਟੈਸਟ ਵਾਸਤੇ ਜਿਹੜੇ ਲੈਬੋਰਟਰੀ ਜਿਹੜੀ ਉਹ ਬਣਾਈ ਜਾਏਗੀ। ਉਸ ਲੈਬੋਰਟਰੀ 'ਚ ਉਹਦਾ ਲੈ ਕੇ ਆਉਣਗੇ, ਜਦੋਂ ਉਹਨਾਂ ਦਾ ਰਿਪੋਰਟ ਲੈ ਕੇ ਸੈਂਪਲ ਲੈ ਕੇ ਫਿਰ ਆਪਣੇ ਹਸਪਤਾਲ ਦੇ ਵਿੱਚ ਉਹਦੇ ਟੈਸਟ ਰਿਪੋਰਟ ਕਰਕੇ ਦਿੱਤੀ ਜਾਏਗੀ। ਜੈਨਰਿਕ ਸਟੋਰ ਖੋਲਾਂਗੇ ਜਿੱਥੇ ਨੋ ਪ੍ਰੋਫਿਟ ਨੋ ਲਾਸ, ਜੋ ਸਾਨੂੰ ਕੰਪਨੀ ਤੋਂ ਰੇਟ ਮਿਲੇਗਾ। ਔਰ ਇਹ ਨਹੀਂ ਕਿ ਕੰਪਨੀ ਕੋਈ ਮਾੜੀ ਹੋਏਗੀ, ਵੱਡੀਆਂ ਜਿਹੜੀਆਂ ਕੰਪਨੀਜ਼ ਨੇ, ਜਿਹੜੀ ਅੱਛੀ ਮੈਡੀਸਨ ਜਿਹਨੂੰ ਅਪਰੂਵਡ ਜਿਸ ਤਰ੍ਹਾਂ ਕਹਿੰਦੇ ਆ, ਵਧੀਆ ਕੰਪਨੀ ਜਿਹਦਾ ਇਲਾਜ ਕੀਤੇ ਜਾਂਦੇ ਆ। ਆਪਾਂ ਸਾਰੇ ਗੁਰੂ ਰਾਮਦਾਸ ਹਸਪਤਾਲ ਵਿੱਚ ਵੀ ਅਸੀਂ ਮਾੜਾ ਉੱਥੋਂ ਨਹੀਂ ਲੈਂਦੇ ਦਵਾਈ। ਇਸੇ ਤਰ੍ਹਾਂ ਇਸੇ ਕੰਪਨੀਆਂ ਨਾਲ ਗੱਲ ਕਰਕੇ ਵੱਧ ਤੋਂ ਵੱਧ ਉਹਦੇ ਵਿੱਚੋਂ ਕੀ ਕੱਢਿਆ ਜਾਏਗਾ, ਜਿਹੜਾ ਉੱਥੇ ਫਾਰਮਾਸਿਸਟ ਕੰਮ ਕਰੇਗਾ ਉਹਦੀ ਤਨਖਾਹ, ਜਿਹੜਾ ਉੱਥੇ ਕੰਪਿਊਟਰ ਦੇ ਸੇਲਮੈਨ ਹੋਏਗਾ ਉਹਦੀ ਤਨਖਾਹ, ਪਲੱਸ ਜਿਹੜਾ ਲੈਬੋਰਟਰੀ ਟੈਸਟ ਕਰਨ ਵਾਸਤੇ ਬੈਠੇਗਾ ਉਹਦੀ 3 ਕੁ ਜਾਂ 4 ਦਿਨ ਦੀ ਤਨਖਾਹ। ਬਸ ਸਿਰਫ 6-7% ਕਹਿ ਲਓ, ਜਿਹੜਾ ਕੋਈ ਲਾ ਕੇ ਜੇ ਇੱਕ ਗੋਲੀ 10 ਰੁਪਏ ਦੀ ਹੈ ਉਹ 'ਤੇ ਕਿੰਨਾ ਕੁ ਵਾਧਾ ਹੋਏਗਾ। ਜੇ 20 ਰੁਪਏ ਦੀ, ਇਹ ਨਹੀਂ ਕਿ 20 ਰੁਪਏ ਦੀ ਗੋਲੀ 100 ਰੁਪਏ ਦਿੱਤੀ ਜਾਏਗੀ, ਇਹ ਨਹੀਂ ਹੋਏਗਾ। ਸੋ ਇਸ ਕਰਕੇ ਇਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾਂ ਨੂੰ ਸਮਰਪਿਤ ਕਰਕੇ ਇਹ ਸਾਰੇ ਮੈਡੀਕਲ ਸਟੋਰ ਖੋਲ੍ਹੇ ਜਾ ਰਹੇ ਨੇ। ਇਹ ਸਟੋਰ ਆਪਣੇ ਵੱਡੇ ਹਸਪਤਾਲਾਂ 'ਚ ਵੀ ਵੱਡੇ ਗੁਰੂ ਰਾਮਦਾਸ ਹਸਪਤਾਲ ਦੇ ਸਾਹਮਣੇ ਲੱਗੇ ਖੋਲ੍ਹਣ, ਉਹ ਸਾਰੀ ਸਾਡੀ ਚੱਲ ਗਈ ਹੈ। ਇੱਥੋਂ ਪੂਰੀ ਸਾਡੀ ਜਗ੍ਹਾ ਚੱਲ ਗਈ ਹੈ। ਸਾਰਾ ਤੋਂ 20 ਦਿਨ ਲੱਗ ਜਾਂਦੇ ਲਾਇਸੈਂਸ ਬਣਨ ਨੂੰ। ਪਹਿਲਾਂ ਲਾਇਸੈਂਸ ਲੈਣਾ ਪੈਂਦਾ, ਫਿਰ ਲਾਇਸੈਂਸ ਲੈ ਕੇ ਫਿਰ ਇਹ ਖੋਲ੍ਹਣਗੇ। 4-5 ਥਾਵਾਂ ਦੇ ਉੱਤੇ ਸਾਰੀ ਜਗ੍ਹਾ ਦੇਖ ਲਈ ਹੈ, ਡਾਕਟਰ ਸਾਹਿਬ ਦੇਖਦੇ ਪਏ। ਔਰ ਜਿਸ ਤਰ੍ਹਾਂ
ਅਨੰਦਪੁਰ ਸਾਹਿਬ ਦੇਖ ਲਈ ਹੈ, ਤਲਵੰਡੀ ਸਾਬੋ ਦੇਖ ਲਈ ਹੈ, ਫਤਿਹਗੜ੍ਹ ਸਾਹਿਬ ਦੇਖ ਲਈ ਹੈ। ਇਸ ਤਰ੍ਹਾਂ ਅਸੀਂ ਨਾਲ ਨਾਲ ਗੁਰਦੁਆਰਿਆਂ ਦੇ ਵਿੱਚ ਹੀ ਕਰ ਰਹੇ ਹਾਂ ਤਾਂ ਜੋ ਸੰਗਤ ਆਵੇ ਅਤੇ ਆਪਣੀ ਜਿਹੜੀ ਮੁਸ਼ਕਿਲ ਹੈ ਉੱਥੇ ਦਵਾਈ ਲੈ ਕੇ ਚਲਾ ਜਾਵੇ। ਸੋ ਇਹ ਜਿਹੜਾ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਨੂੰ ਸਮਰਪਿਤ ਕੀਤਾ। ਕੱਲ੍ਹ ਮੈਂ ਦਮਦਮਾ ਸਾਹਿਬ ਗਈ ਸੀ, ਉੱਥੇ ਲੜਕੀਆਂ ਜਿਹੜਾ ਸੀ 200 ਦਾ ਐਲਾਨ ਕੀਤਾ ਸੀਗਾ ਕਿ ਗੁਰਸਿੱਖ ਬੱਚੀਆਂ 200 ਜਿਹੜੀਆਂ ਅਸੀਂ ਫ੍ਰੀ ਪੜ੍ਹਾਵਾਂਗੇ ਅੰਮ੍ਰਿਤਧਾਰੀ। ਮੈਨੂੰ ਬੜੀ ਖੁਸ਼ੀ ਹੈ ਕਿ ਉੱਥੇ ਇਸ ਵੇਲੇ ਤੱਕ 200 ਬੱਚੀ ਦਾ ਦਾਖਲਾ ਤਕਰੀਬਨ ਹੋ ਚੁੱਕਾ ਹੈ। ਔਰ ਉੱਥੇ ਹੀ ਮੈਂ ਇਹਨੂੰ ਕਹਿ ਦਿੱਤਾ ਕਿ ਤੁਸੀਂ 200 ਬੱਚੀ ਹੋਰ ਅਸੀਂ ਵਧਾਉਣੀ। ਹੋਸਟਲ ਉੱਥੇ ਹੈ, ਫ੍ਰੀ ਹੋਸਟਲ, ਫ੍ਰੀ ਡਾਈਟ, ਫ੍ਰੀ ਐਜੂਕੇਸ਼ਨ, ਅਤੇ 200 ਬੱਚੀ ਅਸੀਂ ਹੋਰ, ਕਿਉਂਕਿ 400 ਬੱਚੀ ਕਰਨੀ ਹੈ, 400 ਦੀ ਮਤਲਬ 200 ਬੱਚੀ ਅਸੀਂ ਹੋਰ ਵਧਾ ਰਹੇ। ਇਸੇ ਤਰ੍ਹਾਂ ਅਸੀਂ ਇੰਜੀਨੀਅਰਿੰਗ ਕਾਲਜ ਦੇ ਵਿੱਚ 30,000 ਰੁਪਇਆ ਬੱਚੇ ਦਾ ਵਜ਼ੀਫਾ ਕਰ ਦਿੱਤਾ। ਜਿਹੜਾ ਬੱਚੇ ਦੇ ਦਾਖਲ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 30,000 ਦੀ ਉਹਨੂੰ ਛੋਟ ਦੇਗੀ। ਸੋ ਬਹੁਤ ਸਾਰੇ ਅਸੀਂ ਐਜੂਕੇਸ਼ਨ ਅਦਾਰਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਕਾਲਜਾਂ ਵਿੱਚ ਵੀ ਕੀਤਾ, ਸਕੂਲਾਂ 'ਚ ਵੀ ਕੀਤਾ। ਜਿਹੜੀ ਅੰਮ੍ਰਿਤਧਾਰੀ ਬੱਚੀ ਹੈ, ਜਿਹੜਾ ਬੱਚਾ ਹੈ ਅੰਮ੍ਰਿਤਧਾਰੀ ਹੈ, ਉਹਨਾਂ ਵਾਸਤੇ ਅਸੀਂ 30,000 ਰੁਪਇਆ 20,000 ਰੁਪਇਆ ਅਸੀਂ ਛੋਟ ਕਰ ਦਿੱਤੀ ਹੈ ਕਿ ਉਹ ਪੜ੍ਹੇ ਸਹੀ, ਕਿਤੇ ਉਹਦੇ ਮਨ 'ਤੇ ਇਹ ਨਾ ਟੈਨਸ਼ਨ ਹੋਵੇ ਕਿ ਮੈਂ ਗੁਰਸਿੱਖ ਬੱਚੀ ਹਾਂ ਅਤੇ ਮੇਰਾ ਕੋਈ ਮਾਣ ਨਹੀਂ ਕੀਤਾ। ਇਹ ਸਾਰੀਆਂ ਚੀਜ਼ਾਂ 400 ਸਾਲਾਂ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁੱਖ ਰੱਖ ਕੇ ਕੀਤੀਆਂ ਜਾ ਰਹੀਆਂ। ਇੱਕ ਹੈ ਕਿ ਸਾਡੇ ਕੋਲ ਬੜੀ ਸ਼ਾਰਟੇਜ ਸੀ। ਅਸੀਂ ਲੰਘਦੇ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਆਉਂਦੇ ਹਾਂ, ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਨੂੰ ਜਦੋਂ ਆਉਂਦੇ ਸੀਗੇ ਅਤੇ ਹਰਿਮੰਦਰ ਸਾਹਿਬ ਨੂੰ, ਉਹ ਰਸਤਾ ਬੜਾ ਛੋਟਾ ਸੀ। ਇੱਕ ਤਾਂ ਉਹਨੂੰ ਅਸੀਂ 40 ਫੁੱਟ ਕਰਨ ਵਾਸਤੇ ਪਲੈਨਿੰਗ ਬਣਾਈ। ਦੂਜਾ ਸੀ ਕਿਉਂਕਿ ਜਿਹੜਾ ਸਾਹਮਣੇ ਲੱਗਾ ਸੀਗਾ ਸਾਡਾ ਜੋੜਾ ਘਰ ਬਣਿਆ ਸੀ, ਉਹ ਬੜੀ ਪ੍ਰੋਬਲਮ ਸੀ। ਤੁਸੀਂ ਵੀ ਸਾਰੇ ਰੋਜ਼ ਦੇਖਦੇ ਹੋ, ਉੱਥੇ ਰਸ਼ ਪੈਂਦਾ ਸੀ, ਸਕੂਟਰ ਸਾਈਕਲ ਖੜੇ ਹੋ ਜਾਂਦੇ ਸੀ, ਬਾਜ਼ਾਰ 'ਚ ਜਾਣਾ ਲੋਕਾਂ ਨੂੰ ਔਖਾ ਹੁੰਦਾ ਸੀਗਾ। ਉਹ ਸਾਰੀ ਤਕਲੀਫ ਨੂੰ ਦੇਖ ਕੇ ਸਾਰੀ ਐਗਜ਼ੈਕਟਿਵ ਨੇ ਫੈਸਲਾ ਕੀਤਾ ਸੀ ਕਿ ਜਿਹੜੀ ਜਗ੍ਹਾ ਸਾਡੇ ਸਾਹਮਣੇ ਹੈ, ਭਾਵੇਂ ਉਹ ਠੀਕ ਹੈ ਗਲਿਆਰਾ ਸਕੀਮ ਦੇ ਤਹਿਤ ਬਣਾਈ ਸੀ, ਪਰ ਗਲਿਆਰਾ ਸਕੀਮ ਦੇ ਤਹਿਤ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦੀ ਹਾਂ ਕਿ ਇਹ ਸਾਰਾ ਜਿਹੜਾ ਹਰਿਮੰਦਰ ਸਾਹਿਬ ਦੇ ਚੌਗਿਰਦਾ ਕਹਿ ਲਓ ਜਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਕਹਿ ਲਓ, ਇਹ ਗੁਰੂ ਰਾਮਦਾਸ ਦੀ ਧਰਤੀ ਹੈ। ਧੰਨ ਗੁਰੂ ਰਾਮਦਾਸ ਦੀ ਧਰਤੀ ਜਿਹੜੀ ਹੈ ਉਹਦੇ ਉੱਤੇ ਕੋਈ ਰੋਕ ਨਹੀਂ ਸਕਦਾ ਸਾਨੂੰ। ਜਿਹਦੇ ਸੰਗਤਾਂ ਦੀ ਆਮਦ ਵਿੱਚ ਕੋਈ ਸੁਧਾਰ ਕਰਨਾ ਹੋਵੇ, ਸੰਗਤਾਂ ਦੀ ਰਿਹਾਇਸ਼ ਵਾਸਤੇ ਸੁਧਾਰ ਕਰਨਾ ਹੋਵੇ, ਸੰਗਤਾਂ ਦੀ ਸਹੂਲਤ ਵਾਸਤੇ ਕੋਈ ਜੋੜੇ ਘਰ ਬਣਾਉਣੇ ਹੋਣ, ਗਠੜੀ ਘਰ ਬਣਾਉਣੇ ਹੋਣ, ਜਾਂ ਉਹਨਾਂ ਦੀ ਕੋਈ ਬੱਸ ਵਹੀਕਲ ਖੜੇ ਕਰਨੇ ਹੋਣ, ਸਾਡੀਆਂ ਵੱਡੀਆਂ ਪ੍ਰੋਬਲਮਸ ਨੇ। ਔਰ ਇੰਨੀ ਲੱਖਾਂ ਦੀ ਆਮਦ ਅੱਜ ਵੱਧ ਗਈ ਹੈ ਫਿਰ ਦੁਬਾਰਾ ਕੋਵਿਡ ਤੋਂ ਬਾਅਦ। ਉਹਨਾਂ ਨੂੰ ਸਾਂਭਣਾ ਹੀ ਸਾਡੇ ਵਾਸਤੇ ਬੜਾ ਔਖਾ ਹੁੰਦਾ ਹੈ, ਬੜੀ ਮੁਸ਼ਕਿਲ ਹੁੰਦੀ ਹੈ। ਔਰ ਪ੍ਰਬੰਧਕਾਂ ਨੂੰ ਲੋਕੀ ਕਮਰੇ ਵੀ ਮੰਗਦੇ, ਪ੍ਰਬੰਧਕਾਂ ਕੋਲੋਂ ਇਹ ਵੀ ਕਹਿੰਦੇ ਕਿ ਸਾਨੂੰ ਪਾਰਕਿੰਗ ਵੀ ਮਿਲੇ, ਪ੍ਰਬੰਧਕਾਂ ਕੋਲੋਂ ਹਰ ਚੀਜ਼ ਲੋਕਾਂ ਨੇ ਮੰਗਣੀ ਹੁੰਦੀ। ਸੋ ਪ੍ਰਬੰਧਕਾਂ ਨੇ ਹੀ ਫੈਸਲਾ ਕਰਨਾ ਹੁੰਦਾ ਕਿ ਕਿਹੜੀ ਚੀਜ਼ ਕਿੱਥੇ ਬਣੇ, ਕਿਹੜੀ ਚੀਜ਼ ਕਿੱਦਾਂ ਬਣਾਈਏ ਤਾਂ ਜੋ ਸਾਡਾ ਜਿਹੜਾ ਉਹ ਸਹੂਲਤ ਹੋ ਸਕੇ। ਇਹ ਸੰਗਤਾਂ ਦੀ ਸਹੂਲਤ ਵਾਸਤੇ ਹੈ, ਕੋਈ ਕਿਸੇ ਨਿੱਜੀ ਨਹੀਂ ਹੈ। ਅੱਜ ਅਸੀਂ ਐਗਜ਼ੈਕਟਿਵ ਵਾਲੇ ਬੈਠੇ ਹਾਂ, ਅਗਲੇ ਸਾਲ ਕੌਣ ਹੋਏਗਾ ਕੋਈ ਨੂੰ ਇਲਮ ਨਹੀਂ। ਇਸ ਕਰਕੇ ਜਿਹੜਾ ਪ੍ਰਬੰਧਕ ਹੋਏਗਾ ਉਹ ਸਮਝੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਰਾਮਦਾਸ ਦੇ ਘਰ ਦੀ ਜਾਂ ਸਾਡੇ ਗੁਰਧਾਮਾਂ ਦੀ ਗੁਰਮਤਿ ਅਦਾਰਿਆਂ ਦੀ ਇਹ ਇੱਕ ਕਸਟੋਡੀਅਨ ਦੀ ਤੌਰ ਦੇ ਉੱਤੇ ਕੰਮ ਕਰਦੀ ਹੈ। ਚੰਗਾ ਮਾੜਾ ਇਹਨੇ ਦੇਖਣਾ, ਸੁਧਾਰ ਇਹਨੇ ਵੇਖਣੇ ਹੈ, ਇਹਦੀ ਡਿਊਟੀ ਬਣਦੀ ਹੈ ਕਿਉਂਕਿ ਅਸੀਂ ਕੌਮ ਨੂੰ ਜਵਾਬਦੇਹ ਹੈ। ਅਸੀਂ ਕੌਮ ਨੂੰ ਹਰ ਮੁਸ਼ਕਲ ਦਾ ਹੱਲ ਕਰਨ ਵਾਸਤੇ ਸਾਡੀ ਡਿਊਟੀ ਲੱਗੀ ਹੈ। ਸੋ ਉਹ ਅਸੀਂ ਬਣਾ ਰਹੇ ਹਾਂ। ਔਰ ਮੈਨੂੰ ਖੁਸ਼ੀ ਹੈ ਕਿ ਜਦੋਂ ਅਸੀਂ ਮਹਾਂਪੁਰਖਾਂ ਨਾਲ ਗੱਲ ਕੀਤੀ ਕਿ ਸਾਨੂੰ ਜਲਦੀ, ਕਿਉਂਕਿ ਅਸੀਂ ਹੋ ਸਕਦਾ ਜਦੋਂ ਅਸੀਂ ਬਣਾਉਂਦੇ ਕੋਈ ਟੈਂਡਰ ਕਰਦੇ ਆ ਟਾਈਮ ਲੱਗ ਜਾਂਦਾ, ਫਿਰ ਖੁੱਲ੍ਹਣੇ ਹੁੰਦੇ ਆ, ਫਿਰ ਬੜੀਆਂ ਪ੍ਰੋਬਲਮਸ ਆਉਂਦੀਆਂ। ਉਹਦੇ ਕਰਕੇ ਅਸੀਂ ਬਾਬਾ ਜੀ ਨੂੰ ਬੇਨਤੀ ਕੀਤੀ ਬੁਲਾ ਕੇ। ਉਹਨਾਂ ਨੇ ਕਿਹਾ ਤੁਸੀਂ ਸਾਨੂੰ 6 ਮਹੀਨੇ 'ਚ ਕਿਹਾ, ਅਸੀਂ ਤੁਹਾਨੂੰ 3 ਮਹੀਨੇ 'ਚ ਬਣਾ ਕੇ ਦਿਆਂਗੇ। ਔਰ ਸਾਨੂੰ ਖੁਸ਼ੀ ਹੈ ਕਿ ਉਹਨਾਂ ਨੇ 2-4 ਦਿਨਾਂ 'ਚ ਹੀ ਬਣਾ ਲਿਆ। ਔਰ ਉਹਦੇ 'ਚ ਇੱਕ ਜਿਹੜੀ ਗੱਲ ਆਈ, ਜਿਹੜੀ ਆਮ ਤੌਰ ਦੇ ਉੱਤੇ ਇੱਕ ਚਰਚਾ ਬਣਾ ਦਿੰਦੇ, ਕਿਉਂਕਿ ਸੋਸ਼ਲ ਮੀਡੀਆ ਜਿਹੜਾ ਹੈ ਉਹ ਸਾਡੇ ਵਾਸਤੇ ਦੇਖੋ ਇੱਕ ਤਾਂ ਵਰਦਾਨ ਵੀ ਹੁੰਦੀ ਹੈ ਕਈ ਚੀਜ਼ਾਂ, ਅਤੇ ਕਈ ਚੀਜ਼ਾਂ ਐਸੀਆਂ ਹੁੰਦੀਆਂ ਕਿ ਬਿਨਾਂ ਮਤਲਬ ਤੋਂ, ਬਿਨਾਂ ਵਜ੍ਹਾ ਤੋਂ ਐਸੀ ਚਰਚਾ ਬਣਾ ਦਿੰਦੀਆਂ ਕਿ ਜਿਨ੍ਹਾਂ ਨਾਲ ਲੋਕਾਂ ਦੇ ਮਨ 'ਚ ਆਉਂਦਾ ਕਿ ਪਤਾ ਨਹੀਂ ਕੀ ਵਾਪਰ ਗਿਆ, ਪਤਾ ਨਹੀਂ ਕੀ ਹੋ ਗਿਆ। ਹੁਣ ਤੁਸੀਂ ਆਪ ਸਾਰੇ ਬੈਠੇ ਹੋ ਪੱਤਰਕਾਰ, ਇਹ ਦੱਸੋ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਾਂ ਦਰਬਾਰ ਸਾਹਿਬ ਦੇ ਅੰਦਰ ਕੋਈ ਗੱਲ ਹੈ ਉਹਦੇ ਨਾਲ ਸੰਬੰਧਿਤ? ਉਹ ਬਾਹਰ ਸੀ, ਗਲਿਆਰਾ ਸੀ। ਜਦੋਂ ਵੀ ਕੋਈ ਖਬਰ ਲਾਉਂਦੇ ਆ ਇੱਕੋ ਕਹਿ ਦਿੰਦੇ ਜੀ ਦਰਬਾਰ ਸਾਹਿਬ ਦੇ ਅੰਦਰ ਮਲਬਾ ਜਦੋਂ ਪੱਟਿਆ ਗਿਆ, ਉਹ ਇਤਿਹਾਸਕ ਚੀਜ਼ਾਂ ਆ ਗਈਆਂ। ਤੁਸੀਂ ਦੱਸੋ ਕਿਹੜੇ ਬੰਦੇ ਨੂੰ ਪਤਾ ਕਿ ਉਹ ਕੀ ਹੈ? ਕਿਸੇ ਨੂੰ ਪਤਾ ਹੈ? ਕਿਸੇ ਨੂੰ ਕੁਝ ਨਹੀਂ ਪਤਾ। ਕਿਸੇ ਨੂੰ ਕੁਝ ਨਹੀਂ ਪਤਾ ਵੀ ਕੀ ਇਤਿਹਾਸ ਹੈ ਕੀ ਨਹੀਂ ਹੈ। ਉਹ ਇਤਿਹਾਸ ਜਾਣਨ ਵਾਸਤੇ ਆਪਾਂ ਤੇ ਇਤਿਹਾਸ ਉਹਦਾ ਹੈ ਕਿ ਨਹੀਂ ਹੈ ਇਹ ਤਾਂ ਬਾਅਦ ਦੀ ਗੱਲ ਹੈ। ਜੇ ਅਸੀਂ ਉਹ ਖੋਦਿਆ, ਵਿੱਚੋਂ ਕੋਈ 2 ਕਮਰੇ ਨਿਕਲੇ ਹੈ, ਆਲਾ ਦੁਆਲਾ ਜੋ ਗਲਿਆਰਾ ਬਣਾਇਆ ਸੀ 1984 ਦੇ ਵਿੱਚ ਜਦੋਂ ਇੱਥੇ ਬੰਬ ਬਲਾਸਟ ਹੋਏ, ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਇਆ, ਉਸ ਵੇਲੇ ਦੀ ਸੈਂਟਰ ਸਰਕਾਰ ਨੇ
ਅਕਵਾਇਰ ਕਰਕੇ ਜ਼ਮੀਨ, ਉਹ ਸਾਰਾ ਗਲਿਆਰਾ ਬਣਾਇਆ। ਪਹਿਲਾਂ ਆਪਾਂ ਸੋਚੀਏ, ਤੁਸੀਂ ਸਾਡੀ ਤੁਹਾਡੀਆਂ ਅੱਖਾਂ ਸਾਹਮਣੇ ਸਭ ਕੁਝ ਹੋਇਆ। ਔਰ 84 ਦੇ ਵਿੱਚ ਉਹ ਥਾਂ ਜਿਹੜੀ ਸੀ, ਲੋਕਾਂ ਦੇ ਘਰ ਖਰੀਦ ਕੇ, ਥਾਵਾਂ ਖਰੀਦ ਕੇ, ਜਾਂ ਜਿੰਨੇ ਕਮਰੇ ਬਣੇ ਸੀ ਉਹ ਖਰੀਦ ਕੇ ਅਕਵਾਇਰ ਕਰਕੇ ਸਰਕਾਰ ਨੇ ਗਲਿਆਰਾ ਬਣਾਤਾ। ਹੁਣ ਉਹ ਗਲਿਆਰਾ ਸਕੀਮ ਦੇ ਥੱਲੇ ਕੋਈ ਘਰ ਆ ਗਿਆ, ਕੋਈ ਕੀ ਆ ਗਿਆ, ਇਸ ਗੱਲ ਦਾ ਸਾਨੂੰ ਨਹੀਂ ਲੱਭ, ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਸੀ ਉਸ ਵੇਲੇ। ਜੇ ਕੋਈ ਇਤਿਹਾਸਕ ਦੀ ਗੱਲ ਸੀ, ਉਹ ਸਰਕਾਰ ਦੀ ਜ਼ਿੰਮੇਵਾਰੀ ਸੀ ਸਾਂਭਣਾ। ਫਿਰ ਵੀ ਅਸੀਂ ਜੋ ਹੀ ਉਹਦੇ ਵਿੱਚੋਂ 2 ਕਮਰੇ ਦਿਸੇ, ਉਸੇ ਵੇਲੇ ਅੱਜ ਕਿਉਂਕਿ ਅਸੀਂ ਬੁਲਾਈ ਸੀ ਜੇ ਟੀਮ, ਉਹ ਪਹੁੰਚ ਗਈ ਸੀ, ਉਹਨਾਂ ਨੂੰ ਕਿਹਾ ਕਿ ਤੁਸੀਂ ਦੇਖੋ, ਸਾਨੂੰ ਕੀ ਇਤਰਾਜ਼ ਹੈ। ਵਾਹਿਗੁਰੂ ਕਿਰਪਾ ਕਰੇ, ਜੇ ਕੋਈ ਚੀਜ਼ ਨਿਕਲ ਆਵੇ, ਜੇ ਕੋਈ ਕਿਸੇ ਦੀ, ਦੇਖੋ ਰਿਹਾਇਸ਼ ਤੇ ਸਾਡੇ ਪੜਦਾਦੇ ਦੀ ਸੀ, ਸਾਡੇ ਦਾਦਿਆਂ ਨੇ ਢਾਤੀ, ਦਾਦਿਆਂ ਵਾਲਾ ਘਰ 'ਚ ਸਾਡੇ ਬਾਪੂ ਨੇ ਢਾਤਾ, ਬਾਪੂ ਦਾ ਘਰ ਅਸੀਂ ਢਾਹ ਕੇ ਬਣਾ ਲਏ। ਇਹ ਘਰ ਜਿਹੜੇ ਹੁੰਦੇ ਆ, ਇਹ ਤੇ ਸਾਡੇ ਦਾਦੇ ਪੜਦਾਦਿਆਂ ਦੇ ਅਸੀਂ ਸਾਰੇ ਢਾਹ ਕੇ ਬਣਾਉਂਦੇ ਸੀ। ਕਿਸੇ ਦੇ ਘਰ ਨੂੰ ਨਹੀਂ ਅਸੀਂ ਦੇਖਣਾ, ਅਸੀਂ ਤੇ ਕੋਈ ਇਤਿਹਾਸ ਨਾਲ ਸੰਬੰਧਿਤ ਗੱਲ ਵੇਖਣੀ। ਜੇ ਇਤਿਹਾਸ ਨਾਲ ਸੰਬੰਧਿਤ ਹੋਵੇ, ਸਾਡੀ ਖੁਸ਼ਨਸੀਬੀ ਹੋਏਗੀ ਕਿ ਅਸੀਂ ਉਹਨੂੰ ਪ੍ਰੀਜ਼ਰਵ ਕਰੀਏ। ਸਾਡੀ ਬੜੀ ਮਾਣ ਵਾਲੀ ਗੱਲ ਹੋਏਗੀ ਕਿ ਦੱਬੀ ਚੀਜ਼ ਨੂੰ ਅਸੀਂ ਧਰਤੀ 'ਚੋਂ ਕੱਢ ਕੇ ਉਹਨੂੰ ਸੰਭਾਲ ਕਰੀਏ। ਇਹ ਸਾਡੀ ਜ਼ਿੰਮੇਵਾਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਵੀ ਅਸੀਂ ਕਾਰਜ ਕਰਨ ਲੱਗਦੇ ਹਾਂ ਤੇ ਬਿਨਾਂ ਮਤਲਬ ਤੋਂ ਆ ਕੇ ਅੜਚਣਾ ਪਾਉਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਨੂੰ ਰੋਕਣ ਵਾਲੀ ਗੱਲ ਹੁੰਦੀ ਹੈ। ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਬਿਨਾਂ ਵਜ੍ਹਾ ਤੋਂ ਨਾ ਤੇ ਸੋਸ਼ਲ ਮੀਡੀਆ ਵਾਲੇ ਵੀ ਜਦੋਂ ਗੱਲ ਕਰਦੇ ਹੁੰਦੇ ਹੋ, ਕਿਰਪਾ ਕਰਕੇ ਇਸੇ ਕਰਕੇ ਲੋਕਾਂ ਦਾ ਸੋਸ਼ਲ ਮੀਡੀਆ ਤੋਂ ਜਿਹੜਾ ਯਕੀਨ ਹੈ ਉਹ ਨਿਕਲਦਾ ਜਾ ਰਿਹਾ ਕਿ ਇੰਨਾ ਝੂਠ, ਇੰਨਾ ਕੁਫਰ, ਫਿਰ ਇਹ ਮਾਰਨਗੇ ਜਿੱਦਾਂ ਲੋਕੀ ਬਾਹਰੋਂ ਅਮਰੀਕਾ ਤੋਂ ਟੈਲੀਫੋਨ, ਕਿਉਂਕਿ ਤੁਹਾਡੇ ਮਨ 'ਚ ਹੁੰਦਾ ਕਿ ਸਾਡੀ ਜ਼ਿਆਦਾ ਵਿਊਅਰ ਬਣ, ਸਾਡੇ ਲੋਕੀ ਸੁਣਨ। ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਪਰ ਮੈਂ ਧੰਨਵਾਦ ਕਰਦੀ ਹਾਂ ਮੀਡੀਆ ਵਾਲਿਆਂ ਦਾ, ਉਹਨਾਂ ਨੇ ਜਿੰਨੀ ਵੀ ਗੱਲ ਲਿਖੀ ਹੈ ਬੜੀ ਅਥੈਂਟਿਕ ਲਿਖੀ ਹੈ ਔਰ ਵਧੀਆ ਢੰਗ ਨਾਲ, ਭਾਵੇਂ ਉਹ ਪ੍ਰਿੰਟ ਮੀਡੀਆ ਸੀ, ਭਾਵੇਂ ਕੋਈ ਚੈਨਲ ਸੀਗਾ, ਉਹਨਾਂ ਨੇ ਸੋਹਣੇ ਢੰਗ ਨਾਲ ਦਿੱਤੀ ਕਿ ਸ਼੍ਰੋਮਣੀ ਕਮੇਟੀ ਉੱਥੇ ਪੱਟਣ ਲੱਗੇ, ਵਿੱਚੋਂ ਇੱਕ ਕਰਜ਼ੇ ਦੀ ਕੋਈ ਦਿਸਿਆ, ਉਹਨਾਂ ਨੇ ਉੱਥੇ ਰੋਕ ਦਿੱਤਾ ਔਰ ਉਹਨੂੰ ਸਰਵੇ ਕਰਨ ਵਾਸਤੇ, ਪਰਖ ਕਰਨ ਵਾਸਤੇ ਟੀਮਾਂ ਮੰਗਾਈਆਂ। ਇਹ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਬੜੀ ਵਧੀਆ ਲੋਕਾਂ ਦੇ ਵਿੱਚ ਇਸ ਗੱਲ ਨੂੰ ਜਦੋਂ ਗੱਲ ਕੀਤੀ ਹੈ ਤਾਂ ਲੋਕਾਂ ਦੀ ਸੰਤੁਸ਼ਟੀ ਹੋ ਗਈ ਕਿ ਵਾਕਈ ਗੱਲ ਸਹੀ ਹੈ। ਸੋ ਮੇਰੀ ਬੇਨਤੀ ਹੈ ਕਿ ਜਿਹੜੇ ਬਿਨਾਂ ਮਤਲਬ ਤੋਂ ਲੈ ਕੇ ਮੋਬਾਈਲ ਲੈ ਕੇ ਕੋਈ ਉੱਧਰੋਂ ਲੱਗ ਪੈਂਦੇ ਆ, ਇਹਨੂੰ ਥੋੜ੍ਹਾ ਗੁਰੇਜ਼ ਕਰਨਾ ਚਾਹੀਦਾ। ਧਿਆਨ ਨਾਲ ਲਿਖੋ। ਮੈਂ ਤੁਹਾਡੀ ਧੰਨਵਾਦ ਵੀ ਕਰਦੀ ਹਾਂ, ਤੁਸੀਂ ਗੱਲ ਵੀ ਸੋਹਣੀ ਪਹੁੰਚਾਈ ਹੈ, ਲੋਕਾਂ 'ਚ ਚੰਗੀ ਗੱਲ ਪਹੁੰਚਾਈ ਹੈ ਔਰ ਲੋਕਾਂ ਨੂੰ ਦੱਸਿਆ ਵੀ ਹੈ ਕਿ ਜਿਹੜੀ ਇਤਿਹਾਸ ਦੀ ਗੱਲ ਆਏਗੀ ਉਹ ਠੀਕ ਹੈ, ਪ੍ਰੀਜ਼ਰਵ ਕਰਾਂਗੇ ਅਸੀਂ। ਸਾਨੂੰ ਤਾਂ ਤਕਲੀਫ ਕਰਦੀ ਹੈ, ਸਾਡੇ ਲਈ ਤਾਂ ਵਰਤੇ ਜਾਣਗੇ, ਸਭ ਚੀਜ਼ ਵਰਤੀ ਜਾਏਗੀ। ਸੋ ਇਸ ਕਰਕੇ ਇੱਕ ਤਾਂ ਉਹ ਹੈ। ਦੂਜੀ ਗੱਲ ਕਿ ਬਹੁਤ ਜਲਦੀ, ਕਿਉਂਕਿ ਸੰਗਤ ਦੀ ਬਹੁਤ ਵੱਡੀ ਆਮਦ ਹੋ ਰਹੀ ਹੈ, ਬੜੀ ਸਾਡੀ ਪਰੇਸ਼ਾਨੀ ਹੈ। ਸਾਨੂੰ ਅੱਜ ਸਰਾਵਾਂ ਰੈਨੋਵੇਸ਼ਨ ਕਰਨ ਵਾਸਤੇ ਵੀ ਅਸੀਂ 4-5 ਕਰੋੜ ਦੀ ਅੱਜ ਅਸੀਂ ਪਾਸ ਕੀਤਾ ਕਿ ਜਿਹੜੀਆਂ ਸਾਡੀਆਂ ਸਰਾਵਾਂ ਨੇ, ਗੁਰੂ ਹਰਗੋਬਿੰਦ ਨਿਵਾਸ, ਮਾਤਾ ਗੰਗਾ ਨਿਵਾਸ, ਗੁਰੂ ਅਰਜਨ ਦੇਵ ਜੀ ਨਿਵਾਸ, ਇਹ ਸਾਰੀਆਂ ਸਰਾਵਾਂ 'ਚ ਜਾਂ NRI ਸਰਾਂ ਜਾਂ ਜਿਹੜੀਆਂ ਬਾਬਾ ਦੀਪ ਸਿੰਘ ਜੀ, ਜਿੰਨੀਆਂ ਸਰਾਵਾਂ ਨੇ, ਜਿੰਨਾ ਇੱਥੇ 4 ਕਰੋੜ ਲੱਗੇ, 5 ਕਰੋੜ ਲੱਗੇ, ਇਹਨੂੰ ਜਲਦੀ ਰੈਨੋਵੇਸ਼ਨ ਕਰਾਈ ਜਾਵੇ ਤਾਂ ਜੋ ਜਿਹੜਾ ਵੀ ਆਵੇ ਉਹ ਚੰਗੇ ਢੰਗ ਨਾਲ ਰਹਿ ਸਕੇ, ਉਹਨਾਂ ਨੂੰ ਸਹੂਲਤ ਮਿਲ ਸਕੇ। ਧੰਨ ਗੁਰੂ ਰਾਮਦਾਸ ਦੀ ਸਰਾਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਬਣੀ, ਔਰ ਉਹ ਤਕਰੀਬਨ ਉੱਥੇ ਡਿੱਗਣ 'ਤੇ ਆ ਗਈ, ਅਨਸੇਫ ਡਿਕਲੇਅਰ ਹੋ ਗਈ। ਉੱਥੇ ਕੋਈ ਰਹਿ ਕੇ ਰਾਜੀ ਨਹੀਂ, ਉੱਥੇ ਕੋਈ ਸਹੂਲਤ ਨਹੀਂ। ਸੋ ਉਹ ਚੀਜ਼ਾਂ ਨੂੰ ਵੀ ਮੁੱਖ ਰੱਖ ਕੇ ਕਿ ਜਿਹੜੀ ਚੀਜ਼ ਸਾਡੀ, ਜਿਸ ਦਾ ਦਿੱਖ ਹੈ, ਐਂਟਰੈਂਸ ਵੇਲੇ ਸਾਡੀ ਉਹ ਬੜੀ ਪਿਆਰੀ ਦਿੱਖ ਹੈ ਪੁਰਾਣੀ, ਅਸੀਂ ਵੀ ਚਾਹੁੰਦੇ ਕਿ ਉਹਨੂੰ ਇਸੇ ਤਰ੍ਹਾਂ ਸੋਹਣੀ ਰੱਖੀ ਜਾਵੇ ਕਿ ਵਧੀਆ ਇੱਕ ਤਾਂ ਪੁਰਾਣਾ ਡਿਜ਼ਾਈਨ ਦਿਸਦਾ ਸਾਨੂੰ, ਇੱਕ ਉਹਨੂੰ ਅਸੀਂ ਕਹਿ ਸਕੀਏ ਕਿ ਇਹ ਦੇਖੋ ਪਹਿਲਾਂ ਇੰਨੀ ਸੋਹਣੀ ਬਣੀ ਸੀ, ਉਸੇ ਤਰ੍ਹਾਂ ਚੱਲਦੀ ਰਹੇ। ਲੇਕਿਨ ਪਿਛਲੇ ਕਮਰੇ ਜਿਹੜੇ ਹੈ ਉਹ ਵਰਤੋਂਯੋਗ ਨਹੀਂ ਰਹੇ। ਹੁਣ ਜੇ ਅਸੀਂ ਉਹਨੂੰ ਕਮਰਿਆਂ ਨੂੰ ਇਸੇ ਤਰ੍ਹਾਂ ਰੱਖਦੇ ਹਾਂ ਤਾਂ ਸਾਡਾ ਬਹੁਤ ਸਾਰੀ ਜਗ੍ਹਾ ਜਿਹੜੀ ਹੈ ਉਹ ਆਕੂਪਾਈ ਤੇ ਹੈ, ਲੇਕਿਨ ਉਹਦਾ ਰਿਜ਼ਲਟ ਕੋਈ ਨਹੀਂ। ਉਹਨੂੰ ਅਸੀਂ ਨਾ ਕਿਸੇ ਨੂੰ ਕੋਈ ਦੇ ਸਕਦੇ ਹਾਂ, ਨਾ ਉੱਥੇ ਕੋਈ ਰਹਿ ਸਕਦਾ, ਨਾ ਕੋਈ ਰਹਿਣ ਨੂੰ ਤਿਆਰ ਹੈ। ਸੋ ਸਾਡੇ ਵਾਸਤੇ, ਜੇ ਅਸੀਂ ਬਾਬਾ ਦੀਪ ਸਿੰਘ ਸ਼ਹੀਦ ਵਾਸਤੇ ਵੀ ਕਿਸੇ ਨੂੰ ਕਮਰੇ ਕਹਿੰਦੇ ਨਾ, ਉੱਥੇ ਜਾਣ ਨੂੰ ਤਿਆਰ ਨਹੀਂ ਹੁੰਦੇ ਲੋਕੀ। ਸੰਗਤ ਕਹਿੰਦੀ ਰਹਿਣਾ ਇੱਥੇ ਹੈ, ਰਹਿਣਾ ਬੁੱਕਲ 'ਚ ਹੈ, ਬਾਬਾ ਜੀ ਦੇ ਗੁਰੂ ਰਾਮਦਾਸ ਦੀ ਬੁੱਕਲ 'ਚ ਹੀ ਰਹਿਣਾ, ਸਵੇਰੇ ਅੰਮ੍ਰਿਤ ਵੇਲੇ ਦਰਸ਼ਨ ਕਰਨੇ ਹੈ, ਅਸੀਂ ਜਾਣਾ। ਸੋ ਇਹ ਵੀ ਅੱਜ ਪਲੈਨਿੰਗ ਕੀਤੀ ਹੈ ਕਿ ਜਿਹੜੀ ਪਿੱਛੋਂ ਦੀ ਆ ਕੇ ਥੱਲੇ ਬੇਸਮੈਂਟ ਬਣਾ ਕੇ ਬਕਾਇਦਾ ਉਹ 6 ਮੰਜ਼ਲੀ ਜਿਹੜੀ 800 ਕਮਰਾ ਬਣਦਾ। ਸਾਡੇ ਵਾਸਤੇ ਬੜਾ ਸੌਖਾ ਹੋਏਗਾ ਕਿ 200 ਕਮਰੇ ਹਰਿਆਣੇ ਲਈ ਰੱਖ ਲਈਏ, 200 ਕਮਰੇ ਦਿੱਲੀ ਲਈ ਰੱਖ ਲਈਏ, 200 ਕਮਰੇ ਅਦਰ ਸਟੇਟਸ ਹੀ ਰੱਖ ਲਈਏ। ਸਾਨੂੰ ਇੰਨਾ ਫਾਇਦਾ ਹੋ ਜਾਏਗਾ ਕਿ ਸਾਡੇ ਕੋਲ ਮੁਸ਼ਕਲ ਜਿਹੜੀ ਅੱਜ ਬੜੀ ਬਣੀ ਹੈ, ਉਹ ਸਾਡੀ ਸੰਗਤ ਸਾਡੇ ਨਾਲ ਲੜਦੇ ਹੈ, ਸਾਨੂੰ ਬਹੁਤ ਪਰੇਸ਼ਾਨ ਕਰਦੇ ਹੈ। ਉਹ ਵੀ ਸੱਚੇ ਹੈ, ਜਦੋਂ ਪਰਿਵਾਰ ਲੈ ਕੇ ਆਉਂਦੇ ਆ, ਅਗਲੇ ਕਹਿੰਦੇ ਅਸੀਂ ਗੁਰੂ ਘਰ ਚੱਲੇ ਹਾਂ ਅਤੇ ਕਮਰਾ ਨਾ ਹੋਇਆ। ਸੋ ਜਿਹੜੀ ਕੋਈ ਉੱਥੇ ਯਾਦਗਾਰ, ਜਿਸ ਤਰ੍ਹਾਂ ਉੱਥੇ ਕੋਈ ਸ਼ਹੀਦ ਹੋਏ, ਗੁਰੂ ਰਾਮਦਾਸ ਸਰਾਂ 84ਵੇਂ ਸ਼ਹੀਦ ਵੀ ਹੋਏ ਹੈ, ਅਸੀਂ ਉਹਨਾਂ ਦੀਆਂ ਬਕਾਇਦਾ ਫੋਟੋਆਂ ਜਾਂ ਉੱਥੇ ਬਣਾ ਕੇ ਕਮਰੇ ਦੇ ਵਿੱਚ ਉਹਨਾਂ ਰੱਖਾਂਗੇ ਕਿ ਇੱਥੇ ਆ ਸਾਡੀਆਂ ਸ਼ਖਸੀਅਤਾਂ ਜਿਹੜੀਆਂ ਸਨ ਉਹ ਸ਼ਹੀਦ ਹੋਈਆਂ ਸਨ। ਸੋ ਕੁਝ ਚੀਜ਼ਾਂ ਸੰਭਾਲਣ ਵਾਲੀਆਂ ਹੁੰਦੀਆਂ, ਕੁਝ ਚੀਜ਼ਾਂ ਨੂੰ ਬਿਨਾਂ ਮਤਲਬ ਤੋਂ ਵੀ ਆਪਾਂ ਕਹੀ ਜਾਈਏ, ਕਈ ਕਹਿਣਗੇ ਜੀ ਉਹ ਬਣਾ ਕੇ ਦੇਖਣ ਮੁੜ ਕੇ
ਦੱਸੋ। ਸ਼੍ਰੋਮਣੀ ਕਮੇਟੀ ਗੁਰੂ ਰਾਮਦਾਸ ਦਾ ਘਰ ਅਸੀਂ ਉਹਨੂੰ ਬਣਾਈਏ ਨਾ ਤੇ ਕਿੱਥੋਂ ਦੇਵਾਂਗੇ ਸਲਾਹਾਂ, ਕਿੱਥੋਂ ਕਰਾਂਗੇ ਲੋਕਾਂ ਦੀ ਆਮਦ ਦੀ ਅਸੀਂ ਪੂਰਤੀ ਕਿੱਦਾਂ ਕਰਾਂਗੇ। ਸੋ ਇਹ ਚੀਜ਼ਾਂ ਜਿਹੜੀਆਂ ਅੱਜ ਬੜੀਆਂ ਵਿਚਾਰ ਕੀਤੀਆਂ ਗਈਆਂ। ਆਉਣ ਵਾਲੇ ਸਮੇਂ 'ਚ ਐਜੂਕੇਸ਼ਨਲ ਅਦਾਰੇ, ਧਰਮ ਦੇ ਪ੍ਰਚਾਰ ਦੇ ਕੇਂਦਰ ਹੋਰ ਮਜ਼ਬੂਤੀ ਕੀਤੇ ਜਾਣ। ਇਹ ਸਾਰੀਆਂ ਗੱਲਾਂ ਦੀ ਅੱਜ ਬੜੀਆਂ ਵਿਚਾਰਾਂ ਕੀਤੀਆਂ। ਇਹ ਜਿਹੜੀ ਟੀਮ ਅੱਜ ਆਈ ਸੀ ਜੀ ਉਹਨੂੰ ਦੱਸਿਆ ਫਿਲਹਾਲ ਜੀ ਮੇਰੇ ਨਾਲ ਗੱਲ ਨਹੀਂ ਹੋਈ। ਮੈਨੇਜਰ ਸਾਹਿਬ ਨੇ ਕਿਹਾ ਸੀਗਾ ਕਿ ਉਹ ਦੇਖ ਲਿਆ ਉਹਨਾਂ ਨੇ, ਤੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਤੁਹਾਡੇ ਕੋਲ ਸਾਰਾ ਰਿਕਾਰਡ ਡਿਪਟੀ ਕਮਿਸ਼ਨਰ ਕੋਲ ਹੈ, ਔਰ ਡਿਪਟੀ ਕਮਿਸ਼ਨਰ ਕੋਲੋਂ ਸਾਰਾ ਰਿਕਾਰਡ ਲੈ ਲਿਆ ਜਾਵੇ ਕਿ ਇਹ ਕਿਹੜੇ ਕਿਹੜੇ ਘਰ ਸੀ ਅਕਵਾਇਰ ਕੀਤੇ, ਔਰ ਉਹਨਾਂ ਦਾ ਕੀ ਕੋਈ ਹੈ ਇਤਿਹਾਸਕ ਗੱਲ। ਇਹ ਉਹਨਾਂ ਤੇ ਛੱਡ ਦਿੱਤੀ ਅਸੀਂ, ਕਿਉਂਕਿ ਅਸੀਂ ਕੁਝ ਕਵਾਂਗੇ ਤੇ ਸ਼ਾਇਦ ਸਾਨੂੰ ਪੂਰਾ ਨਾ ਵੇਰਵਾ ਪਤਾ ਹੋਵੇ। ਲੇਕਿਨ ਡਿਪਟੀ ਕਮਿਸ਼ਨਰ ਨੇ ਜਿਹੜੀ ਸਰਕਾਰੀ ਤੌਰ ਦੇ ਉੱਤੇ ਜਿਹੜੀਆਂ ਬਿਲਡਿੰਗਾਂ ਅਕਵਾਇਰ ਕੀਤੀਆਂ ਨੇ, ਉਹ ਬਿਲਡਿੰਗਾਂ ਦਾ ਵੇਰਵਾ ਡਿਪਟੀ ਕਮਿਸ਼ਨਰ ਸਾਹਿਬ ਕੋਲ ਹੈ।